ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵਸਦੀ ਸਿੱਖ ਸੰਗਤ ਦਾ ਸਵਾਗਤ ਹੈ। ਤੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇੱਕ ਅਜਿਹੀ ਪ੍ਰਾਪਤੀ ਦੀ ਜਿਹੜੀ ਕਿ ਪੂਰੀ ਕਹਿ ਲਿਆ ਜਾਵੇ ਕਿ ਸਿੱਖ ਕੌਮ ਦੀ ਪ੍ਰਾਪਤੀ ਹੈ। ਤੇ ਉਹ ਪ੍ਰਾਪਤੀ ਇਹ ਹੈ ਕਿ ਅੱਜ ਅਸੀਂ ਜਿਸ ਜਗ੍ਹਾ ਦੇ ਉੱਤੇ ਜਿਸ ਸਥਾਨ ਦੇ ਉੱਤੇ ਬੈਠੇ ਹਾਂ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਜਿਨ੍ਹਾਂ ਨੂੰ ਕਿ ਪੂਰੀ ਸਿੱਖ ਕੌਮ ਜਾਣਦੀ ਹੈ ਤੇ ਉਹਨਾਂ ਦੇ ਉੱਤੇ ਸਿੱਖ ਕੌਮ ਨੂੰ ਮਾਣ ਵੀ ਹੈ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਉਹਨਾਂ ਦੇ ਵਿਦਿਆਲੇ ਦੇ ਵਿੱਚ ਪੜ੍ਹਦੇ ਰਹੇ। ਬਹੁਤ ਸਾਰੇ ਜਿਹੜੇ ਪ੍ਰਚਾਰਕ ਆ ਉਹ ਅੱਗੇ ਸਿੱਖ ਕੌਮ ਦੀ ਸੇਵਾ ਵੀ ਕਰ ਰਹੇ ਨੇ। ਸੋ ਅੱਜ ਅਸੀਂ ਉਸੇ ਹੀ ਸਥਾਨ ਦੇ ਉੱਤੇ ਬੈਠੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ, ਜਿੱਥੇ ਅਸੀਂ ਅੱਜ ਗੱਲ ਕਰਾਂਗੇ ਬਾਬਾ ਹਰੀ ਸਿੰਘ ਰੰਧਾਵੇ ਹੋਰਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਹੋਰਾਂ ਦੇ ਨਾਲ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਸਾਡੀ ਅੱਜ ਦੀ ਇਹ ਜਿਹੜੀ ਗੱਲਬਾਤ ਆ ਉਸ ਦੇ ਵਿੱਚ ਜਿਹੜੀ ਪ੍ਰਾਪਤੀ ਦੀ ਮੈਂ ਸ਼ੁਰੂਆਤ ਦੇ ਉੱਤੇ ਜ਼ਿਕਰ ਕੀਤਾ ਹੈ ਕਿ ਇੱਕ ਸੰਪੂਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ ਇੱਕ ਸਟੀਕ ਜਿਹੜਾ ਕਿ ਕੜੀ ਮਿਹਨਤ ਤੋਂ ਬਾਅਦ ਦੇ ਵਿੱਚ ਬਾਬਾ ਜੀ ਨੇ ਸਿੱਖ ਸੰਗਤ ਦੇ ਸਾਹਮਣੇ ਰੱਖਿਆ, ਇਹਨਾਂ ਨੂੰ ਸਮਰਪਿਤ ਕੀਤਾ ਹੈ, ਉਸ ਚੀਜ਼ ਦਾ ਅਸੀਂ ਜ਼ਿਕਰ ਕਰਾਂਗੇ। ਸੋ ਜ਼ਿਆਦਾ ਜਾਣਕਾਰੀ ਵਾਸਤੇ ਅਸੀਂ ਭਾਈ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਪਹਿਲਾਂ ਤਾਂ ਬਾਬਾ ਹਰੀ ਸਿੰਘ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਟਕਸਾਲ ਦੇ ਨਾਲ ਪਿਛੋਕੜ ਜਿਹੜਾ ਉਹਨਾਂ ਦਾ ਆ ਉਹ ਕਿਸ ਤਰ੍ਹਾਂ ਜੁੜਦਾ, ਇਸ ਚੀਜ਼ ਦਾ ਜ਼ਰੂਰ ਤੁਸੀਂ ਸੰਗਤਾਂ ਨਾਲ ਇਸ ਚੀਜ਼ ਦੀ ਜ਼ਰੂਰ ਸਾਂਝ ਪਾਓ ਜੀ। ਸਭ ਤੋਂ ਪਹਿਲਾਂ ਮੈਂ ਮੁੱਢਲੀ ਜਾਣਕਾਰੀ ਮਹਾਂਪੁਰਖਾਂ ਦੇ ਪ੍ਰਤੀ ਆਪਣਾ ਦੇਣਾ ਫਰਜ਼ ਬਣਦਾ, ਕਿਉਂਕਿ ਇੱਕ ਇਤਿਹਾਸਕ ਮੂਵਮੈਂਟ ਹੈ ਕਿ ਰੰਧਾਵੇ ਨਗਰ ਦੇ ਵਿੱਚ ਮਾਤਾ ਨਰਾਤੀ ਕੌਰ ਜੀ ਦੀ ਪਵਿੱਤਰ ਕੁੱਖ ਅਤੇ ਸਰਦਾਰ ਪੂਰਨ ਸਿੰਘ ਦੇ ਘਰ ਮਹਾਂਪੁਰਖਾਂ ਦਾ ਜਨਮ ਹੋਇਆ। ਤੇ ਉਸ ਤੋਂ ਬਾਅਦ ਛੋਟੀ ਉਮਰ ਦੇ ਵਿੱਚ ਮਹਾਂਪੁਰਖ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਕੋਲ ਸੰਗਤ ਦੇ ਵਿੱਚ ਚਲੇ ਗਏ। ਪਰ ਉਸ ਤੋਂ ਬਾਅਦ ਜਿਹੜਾ ਸਮਾਂ ਬੀਤਿਆ ਕਿ ਮਹਾਂਪੁਰਖਾਂ ਨੇ ਪ੍ਰਚਾਰ ਕਰਨਾ ਆਰੰਭ ਕੀਤਾ, ਵਾਪਸ ਰੰਧਾਵੇ ਪਿੰਡ ਆ ਗਏ ਸੀ। ਤੇ ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਦੀ ਅਕਾਲ ਪੁਰਖ ਦੀ ਬਖਸ਼ਿਸ਼ ਸੀ, ਜਿਨ੍ਹਾਂ ਦੇ ਅੰਮ੍ਰਿਤਮਈ ਬੋਲ ਅੱਜ ਵੀ ਸਾਰਾ ਸੰਸਾਰ ਸੁਣਦਾ, ਕਿ ਉਹਨਾਂ ਮਹਾਂਪੁਰਖਾਂ ਤੋਂ ਵਰਸਾਏ ਹੋਏ ਉਹਨਾਂ ਦੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਬਹੁਤ ਹੀ ਗੁਣੀ ਗਿਆਨੀ ਵੈਰਾਗ ਤਿਆਗ ਦੀ ਮੂਰਤ ਮਹਾਂਪੁਰਖ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਵੇ ਵਾਲੇ, ਜੋ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਵੀ ਇਸ ਸੰਸਾਰ ਦੇ ਉੱਤੇ ਮੌਜੂਦ ਹਨ, ਜੋ ਕਿ ਸਿਹੋੜਾ ਨਗਰ ਕਰਾਲੀ ਰੋਡ ਦੇ ਉੱਤੇ ਮਹਾਂਪੁਰਖਾਂ ਦਾ ਸਥਾਨ ਹੈ। ਅਤੇ ਉਸ ਜਗ੍ਹਾ ਦੇ ਉੱਤੇ ਮਹਾਂਪੁਰਖ ਉੱਥੇ ਰਹਿੰਦੇ ਨੇ। ਉਹਨਾਂ ਮਹਾਂਪੁਰਖਾਂ ਤੋਂ ਮਹਾਂਪੁਰਖਾਂ ਨੇ ਗੁਰਬਾਣੀ ਦੀ ਸੰਥਿਆ, ਗੁਰਬਾਣੀ ਦੇ ਅਰਥ ਸਿੱਖੇ। ਗੁਰਬਾਣੀ ਦੇ ਜਿੱਥੇ ਅਰਥ ਸਿੱਖੇ, ਉਹਦੇ ਨਾਲ ਨਾਲ ਜੋ ਦਮਦਮੀ ਟਕਸਾਲ ਦੀ ਰਵਾਇਤ ਹੈ, ਜੋ ਕਥਾ ਸਿੱਖਣ ਵਾਸਤੇ ਜਿਹੜੇ ਗ੍ਰੰਥ ਪੜ੍ਹਾਏ ਜਾਂਦੇ ਨੇ, ਉਹਨਾਂ ਗ੍ਰੰਥਾਂ ਦੀ ਸੰਥਿਆ ਕੀਤੀ। ਉਸ ਤੋਂ ਬਾਅਦ ਜਥਾ ਭਿੰਡਰਾਂ, ਜਿੱਥੇ ਮਹਾਂਪੁਰਖ ਅੱਜ ਵੀ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਨ ਤਪਸਵੀ ਮਹਾਂਪੁਰਖ ਬੈਠੇ ਨੇ, ਉਸ ਭਿੰਡਰ ਕਲਾਂ ਨਗਰ ਦੇ ਵਿੱਚੋਂ ਹੀ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਵਿਦਿਆਰਥੀ ਮਹਾਂਪੁਰਖ ਸੰਤ ਬਾਬਾ ਦਇਆ ਸਿੰਘ ਜੀ, ਉਹ ਵੀ ਬੜੀ ਕਰਨੀ ਕਮਾਈ ਵਾਲੇ ਮਹਾਂਪੁਰਖ ਸੀ। ਉਹਨਾਂ ਤੋਂ ਸ਼੍ਰੀ ਦਸਮ ਗ੍ਰੰਥ ਦੀ ਸੰਥਿਆ ਮਹਾਂਪੁਰਖਾਂ ਨੇ ਜਿਹੜੀ ਹੈਗੀ ਪ੍ਰਾਪਤ ਕੀਤੀ। ਸੋ ਕਹਿਣ ਤੋਂ ਭਾਵ ਕਿ ਇਸ ਤਰ੍ਹਾਂ ਦਮਦਮੀ ਟਕਸਾਲ ਦੇ ਨਾਲ ਜਿਹੜਾ ਮਹਾਂਪੁਰਖਾਂ ਦਾ ਜਿਹੜਾ ਪਿਛੋਕੜ ਹੈ ਉਹ ਜੁੜਦਾ ਹੈ, ਕਿਉਂਕਿ ਇਹ ਜਿਹੜੀ ਵਿੱਦਿਆ ਹੈ, ਗੁਰਮਤਿ ਦੀ ਵਿੱਦਿਆ, ਜਿਹੜੀ ਮਹਾਂਪੁਰਖਾਂ ਨੇ ਜਿਸ ਵਿੱਦਿਆ ਨਾਲ ਪੂਰੇ ਸੰਸਾਰ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ, ਔਰ ਉਹੀ ਵਿੱਦਿਆ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਈ, ਜਿਨ੍ਹਾਂ ਦੇ ਵਿੱਚੋਂ ਹਜ਼ਾਰਾਂ ਪਾਠੀ ਸਿੰਘ, ਪ੍ਰਚਾਰਕ ਅਤੇ ਜਿਹੜੇ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਨੇ। ਭਾਈ ਸਾਹਿਬ ਜੀ, ਬਾਬਾ ਜੀ ਨੇ ਬੜੀ ਮਿਹਨਤ ਕੀਤੀ ਹੈ। ਇਹ ਜਿਹੜਾ ਇੱਕ ਸੰਪੂਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਟੀਕ ਤਿਆਰ ਕੀਤਾ ਹੈ, ਜਿਸ ਦੇ ਵਿੱਚ ਪੂਰਨ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਰੇ ਅਰਥ ਜਿਹੜੇ ਆ ਉਹ ਦਰਸਾਏ ਗਏ ਆ, ਦੱਸੇ ਗਏ ਆ।
ਪਹਿਲਾਂ ਵੀ ਕਈ ਸਟੀਕ ਜਿਹੜੇ ਆ ਉਹ ਸੰਗਤਾਂ ਦੇ ਕੋਲ ਹੈਗੇ ਨੇ ਜਾਂ ਸੰਗਤਾਂ ਉਹਨਾਂ ਬਾਰੇ ਜਾਣਦੀਆਂ ਨੇ, ਪਰ ਜੇਕਰ ਫ਼ਰਕ ਦੀ ਗੱਲ ਕੀਤੀ ਜਾਵੇ ਤਾਂ ਇਸ ਸਟੀਕ ਦੇ ਵਿੱਚ ਕੀ ਫ਼ਰਕ ਆ ਦੂਸਰਿਆਂ ਦੇ ਨਾਲੋਂ, ਤੇ ਇਸ ਨੂੰ ਤਿਆਰ ਕਰਨ ਦੇ ਵਿੱਚ ਹੁਣ ਤੱਕ ਦੀ ਜੇਕਰ ਗੱਲ ਕਰੀਏ ਤਾਂ ਸਮਾਂ ਜਿਹੜਾ ਆ ਉਹ ਕਿੰਨਾ ਲੱਗਾ ਜੀ? ਦੇਖੋ, ਜਿੱਥੋਂ ਤੱਕ ਤਾਂ ਫਰਕ ਦੀ ਗੱਲ ਆ ਭਾਈ ਸਾਹਿਬ, ਉਹ ਤਾਂ ਮੇਰਾ ਖਿਆਲ ਹੈ ਕਿ ਜਿਹੜੇ ਗਿਆਨੀ ਸਿੰਘ ਕਥਾਕਾਰ ਜਿਹੜੇ ਹੋਰ ਸਟੀਕਾਂ ਦਾ ਅਧਿਐਨ ਕਰਦੇ ਨੇ ਜਾਂ ਹੁਣ ਇਹਦਾ ਅਧਿਐਨ ਕਰਨਗੇ, ਇਹ ਫਰਕ ਤਾਂ ਬਾਖੂਬ ਮੈਨੂੰ ਲੱਗਦਾ ਉਹ ਦੱਸਣਗੇ, ਉਹਨਾਂ ਦੇ ਮੂੰਹੋਂ ਹੀ ਸੱਜਦਾ। ਕਿਉਂਕਿ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਮੈਂ ਦੱਸ ਸਕਦਾ ਕਿ ਕਿਉਂਕਿ ਮੈਂ ਵੀ ਮਹਾਂਪੁਰਖਾਂ ਦਾ ਵਿਦਿਆਰਥੀ ਹਾਂ, ਮੈਂ ਵੀ ਗੁਰਬਾਣੀ ਦੇ ਅਰਥ ਮਹਾਂਪੁਰਖਾਂ ਤੋਂ ਸਿੱਖੇ, ਹੋਰ ਟੀਕੇ ਪੜ੍ਹੇ, ਗੁਰਬਾਣੀ ਦੀ ਕਥਾ ਕਰਨ ਦਾ ਦੇਸ਼ ਵਿਦੇਸ਼ ਦੇ ਵਿੱਚ ਮੌਕਾ ਮਿਲਦਾ ਹੈ। ਸਭ ਤੋਂ ਵੱਡਾ ਫਰਕ ਜਿਹੜਾ ਹੈਗਾ ਕਿ ਜਿਹੜੇ ਅਰਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਲਿਖਾਇਆ, ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੇ ਗੁਰਬਾਣੀ ਦੇ ਅਰਥ ਕੀਤੇ, ਜਿਨ੍ਹਾਂ ਅਰਥਾਂ ਤੋਂ ਇਹ ਮਰਜ਼ਾਦਾ ਪ੍ਰਚਲਿਤ ਹੋਈ ਕਿ ਇਹ ਟਕਸਾਲਾਂ ਦੀ ਆਰੰਭਤਾ ਹੋਈ, ਉਹ ਸੀਨਾ ਬਸੀਨਾ ਅਰਥ ਟਕਸਾਲ ਨੇ ਸਾਂਭੇ। ਔਰ ਉਹ ਅਰਥ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਆਪਣੀ 28ਵੀਂ ਕਥਾ ਦੇ ਵਿੱਚ ਕੀਤੇ, ਔਰ ਉਹੀ ਅਰਥ ਮਹਾਂਪੁਰਖਾਂ ਦੀਆਂ ਵਿਦਿਆਰਥੀਆਂ ਨੂੰ ਜਿਹੜੇ ਅਰਥ ਪੜ੍ਹਾਏ ਉਹਨਾਂ ਉਸਤਾਦਾਂ ਤੋਂ ਅੱਗੇ ਪ੍ਰਾਪਤ ਹੋਏ। ਇਹਦੇ ਵਿੱਚ ਮੂਲ ਅਰਥ ਜਿਹੜੇ ਨੇ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਜਿਹੜੇ ਮਹਾਨ ਮਹਾਂਪੁਰਖ ਬ੍ਰਹਮ ਗਿਆਨੀ ਹੋਏ, ਉਹਨਾਂ ਦੀ ਰਚਨਾ ਤੋਂ ਜਿਹੜੇ ਅਰਥ ਹੋਏ ਮੁੱਖ ਉਹ ਨੇ। ਪਰ ਉਹਦੇ ਨਾਲ ਨਾਲ ਮਹਾਂਪੁਰਖਾਂ ਨੇ ਤਕਰੀਬਨ ਜਿੰਨੇ ਸਾਡੇ ਹੋਰ ਵੀ ਇਸ ਸਮੇਂ ਪ੍ਰਚਲਿਤ ਸਟੀਕ ਨੇ, ਜਿਨ੍ਹਾਂ ਦੇ ਵਿੱਚ ਚਾਹੇ ਅਮੀਰ ਭੰਡਾਰ ਹੈ, ਫਰੀਦਕੋਟ ਵਾਲਾ ਟੀਕਾ ਹੈ, ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਹੈ, ਕਾਨ ਸਿੰਘ ਨਾਭਾ ਹੋ ਗਿਆ, ਭਾਈ ਵੀਰ ਸਿੰਘ ਭਾਵੇਂ ਉਹਨਾਂ ਦਾ ਪੂਰਾ ਨਹੀਂ, ਸੋ ਹੋਰ ਚੰਦਾ ਸਿੰਘ, ਜਿੰਨੇ ਵੀ ਮਤਲਬ ਕਹਿਣ ਤੋਂ ਭਾਵ ਕਿ ਸਾਨੂੰ ਗੁਰਬਾਣੀ ਦੇ ਅਰਥ ਸਿੱਖ ਜਗਤ ਦੇ ਵਿੱਚ ਮੌਜੂਦ ਨੇ, ਉਹਨਾਂ ਸਾਰੇ ਹੀ ਸਟੀਕਾਂ ਦਾ ਅਧਿਐਨ ਕੀਤਾ ਗਿਆ। ਅਤੇ ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਅਨੇਕਾਂ ਗ੍ਰੰਥ ਜਿਹੜੇ ਨੇ ਨਾਲ ਨਾਲ ਉਹਨਾਂ ਦਾ ਅਧਿਐਨ ਕਰਕੇ, ਔਰ ਇਸ ਕਾਰਜ ਨੂੰ ਤਕਰੀਬਨ ਇਹ ਕਹਿ ਸਕਦੇ ਹਾਂ ਕਿ 9 ਤੋਂ 10 ਸਾਲ ਦਾ ਸਮਾਂ ਜਿਹੜਾ ਹੈਗਾ ਉਹ ਪੂਰਾ ਲੱਗਿਆ। ਅਤੇ ਇਹ ਕਾਰਜ ਦੀ ਆਰੰਭਤਾ ਅਮਰ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜੇ ਮਾਤਾ ਗੁਜਰ ਕੌਰ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ, ਜਿੱਥੇ ਉਹਨਾਂ ਸ਼ਹੀਦਾਂ ਦਾ ਪਵਿੱਤਰ ਸੰਸਕਾਰ ਹੋਇਆ ਸੀ, ਉਸ ਥੜੇ ਦੇ ਕੋਲ ਬੈਠ ਕੇ ਮਹਾਂਪੁਰਖਾਂ ਨੇ ਇਹ ਅਰਦਾਸ ਕੀਤੀ ਔਰ ਅਸੀਸ ਲਈ ਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਉਹਨਾਂ ਤੋਂ ਵੀ, ਕਿ ਉਹਨਾਂ ਮਹਾਂਪੁਰਖਾਂ ਦੀ ਆਤਮਾ ਦੀ ਵੀ ਅਸੀਂ ਸਮਝਦੇ ਹਾਂ ਕਿ ਅਸੀਸ ਮਿਲੀ ਕਿ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਟੀਕਾ ਕਰਨਾ ਜਾਂ ਅਰਥ ਕਰਨੇ ਇਹ ਬਹੁਤ ਵੱਡੀ ਗੱਲ ਆ, ਕੋਈ ਸੌਖੀ ਜੀ ਖੇਡ ਨਹੀਂ। ਅਤੇ ਮਹਾਂਪੁਰਖਾਂ ਦੇ ਨਾਲ ਭਾਈ ਜਗਤਾਰ ਸਿੰਘ ਜੀ ਜੋ ਕਿ ਸਾਡੇ ਜਥੇ ਦੇ ਬੜੇ ਗਿਆਨੀ ਸਿੰਘ ਨੇ, ਭਾਈ ਸੁਖਵਿੰਦਰ ਸਿੰਘ ਜੀ, ਉਹਨਾਂ ਨੇ ਬਹੁਤ ਅਣਥੱਕ ਮਿਹਨਤ ਜਿਹੜੀ ਹੈ 8-8 ਘੰਟੇ 10-10 ਘੰਟੇ ਜਿਹੜੀ ਹੈਗੀ ਨਾਲ ਲਿਖਣ ਦੀ ਸੇਵਾ ਕੀਤੀ ਹੈ। ਸੋ ਇਸ ਕਰਕੇ ਇਹਨੂੰ ਤਕਰੀਬਨ 10 ਸਾਲ ਦੇ ਕਰੀਬ ਜਿਹੜਾ ਹੈਗਾ ਇਹ ਸਮਾਂ ਮਤਲਬ ਲੱਗਿਆ ਹੈ। ਜ਼ਿਕਰ ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਮਾਂ ਜਿਹੜਾ ਆ ਉਹ 10 ਸਾਲ ਦਾ ਲੱਗਾ ਆ, ਜਿੱਥੇ ਸਮਾਂ ਲੱਗਾ ਆ, ਸਮੇਂ ਦੇ ਨਾਲ ਨਾਲ ਗੱਲ ਕੀਤੀ ਜਾਵੇ ਖਰਚ ਦੀ, ਪੈਸੇ ਦੀ, ਤਾਂ ਇਹ ਜਿਹੜੇ ਕੰਮ ਆ ਉਹ ਕਰਨੇ ਜਿੱਥੇ ਸਮਾਂ ਦੇਣਾ ਪੈਂਦਾ ਹੈ ਉੱਥੇ ਨਾਲ ਨਾਲ ਪੈਸਾ ਵੀ ਬਹੁਤ ਜ਼ਿਆਦਾ ਲੱਗਦਾ ਆ। ਪੈਸਾ ਜਿਹੜਾ ਉਸ ਦੀ ਗੱਲ ਕੀਤੀ ਜਾਵੇ ਤਾਂ 10 ਸਾਲ ਦੇ ਸਮੇਂ ਦੇ ਵਿੱਚ ਹੁਣ ਤੱਕ ਪਹੁੰਚਦਿਆਂ ਕਿੰਨਾ ਖਰਚ ਜਿਹੜਾ ਆ ਉਹ ਇਸ ਚੀਜ਼ ਦੇ ਉੱਤੇ ਆ ਚੁੱਕਾ ਆ? ਦੇਖੋ, ਮੈਂ ਬੜੀ ਸਪਸ਼ਟ ਜੀ ਗੱਲ ਇਹ ਦੱਸਣੀ ਚਾਹੁੰਦਾ ਕਿ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਚਾਹੇ ਵਿਦਿਆਰਥੀ ਪੜ੍ਹਾਏ, ਲੰਗਰ ਚਲਾਏ, ਕਦੇ ਵੀ ਸੰਗਤ ਨੂੰ ਇਸ ਤਰ੍ਹਾਂ ਦਾ ਕਦੇ ਆਪਣੇ ਮੂੰਹੋਂ ਨਹੀਂ ਦੱਸਿਆ ਕਿ ਸਾਡਾ ਇੰਨਾ ਖਰਚ ਆ ਗਿਆ। ਪਰ ਮੈਂ ਇਹ ਕਹਿ ਸਕਦਾ ਕਿ ਲੱਖਾਂ ਰੁਪਈਏ ਦਾ ਖਰਚ ਜਿਹੜਾ ਹੈਗਾ ਇਹਦੇ 'ਤੇ ਆਇਆ, ਪਰ ਉਹਦੇ ਵਿੱਚ ਸੰਗਤ ਦਾ ਬਹੁਤ ਵੱਡਾ ਸਹਿਯੋਗ ਜਿਹੜਾ ਹੈਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਰਿਹਾ। ਅਤੇ ਜਿਹੜਾ ਸਾਡਾ ਮਹਾਂਪੁਰਖਾਂ ਦਾ ਸੰਕਲਪ ਹੈ, ਮੈਂ ਇਹ ਵੀ ਗੱਲ ਕਲੀਅਰ ਕਰ ਦੇਵਾਂ ਸਾਰੇ ਸਿੱਖ ਜਗਤ ਨੂੰ ਕਿ ਤਕਰੀਬਨ ਮੇਰਾ ਖਿਆਲ ਆ ਵੀ ਜਿਹੜਾ ਇਸ ਸਮੇਂ ਸਾਡੇ ਕੋਲ ਹੁਣ ਸਟੀਕ ਛਪ ਕੇ ਆਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੈ। ਮਹਾਂਪੁਰਖਾਂ ਦਾ ਇੱਕ ਸੰਕਲਪ ਸੀਗਾ, ਉਹਨਾਂ ਨੇ ਅਰਦਾਸ ਕੀਤੀ ਹੋਈ ਸੀ ਅਤੇ ਕਿ ਮੈਂ ਗੁਰਬਾਣੀ ਦਾ ਵਪਾਰ ਨਹੀਂ ਕਰਨਾ, ਭਾਵ ਕਿ ਮੈਂ ਗੁਰਬਾਣੀ ਦੇ ਅਰਥ ਲਿਖ ਕੇ ਵੇਚਣੇ ਨਹੀਂ। ਸੰਗਤ ਨੇ ਕਿਰਪਾ ਕੀਤੀ, ਸੰਗਤ ਨੇ ਸਹਿਯੋਗ ਦਿੱਤਾ,
ਜਿੰਨਾ ਪੈਸਾ ਸੰਗਤ ਦਾ ਆਇਆ ਸੀ ਉਹਦੀ ਸਾਰੀ ਛਪਾਈ ਹੋ ਚੁੱਕੀ ਆ। ਹੁਣ ਅਗਲਾ ਪ੍ਰੋਗਰਾਮ ਇਹ ਆ ਕਿ ਪੂਰੇ ਸੰਸਾਰ ਦੇ ਵਿੱਚ ਜਿੰਨੇ ਵੀ ਗਿਆਨੀ ਸਿੰਘ, ਕਥਾ ਕਰਨ ਵਾਲੇ, ਪ੍ਰਚਾਰਕ, ਸੰਪਰਦਾਵਾਂ ਦੇ ਮੁਖੀ ਜਾਂ ਸੰਪਰਦਾਵਾਂ ਦੇ ਪ੍ਰਚਾਰਕ ਜਾਂ ਮਿਸ਼ਨਰੀ ਕਾਲਜਾਂ ਦੇ, ਬਿਨਾਂ ਕਿਸੇ ਭੇਦਭਾਵ ਤੋਂ ਹਰ ਕਥਾ ਕਰਨ ਵਾਲੇ ਨੂੰ ਬਿਨਾਂ ਕਿਸੇ ਭੇਟਾ ਤੋਂ, ਬਿਨਾਂ ਕਿਸੇ ਮਾਇਆ ਤੋਂ ਇਹ ਭੇਟ ਕੀਤਾ ਜਾਊਗਾ, ਤਾਂ ਕਿ ਜਿਹੜੀ ਇਹ ਸੇਵਾ ਹੈ ਇਹ ਗੁਰਬਾਣੀ ਦੇ ਅਰਥ ਸਾਰੇ ਸੰਸਾਰ ਤੱਕ ਪਹੁੰਚਣ, ਪ੍ਰਚਾਰਕਾਂ ਕੋਲ ਪਹੁੰਚਣ ਤੇ ਪ੍ਰਚਾਰਕ ਉਹਨਾਂ ਅਰਥਾਂ ਨੂੰ ਪੜ੍ਹ ਕੇ ਅੱਗੇ ਸੰਗਤਾਂ ਤੱਕ ਪਹੁੰਚਾਉਣ। ਸੋ ਇਹ ਜਿਹੜਾ ਏਜੰਡਾ ਮਤਲਬ ਇਹਦੇ ਵਿੱਚ ਅਸੀਂ ਰੱਖ ਕੇ ਮਹਾਂਪੁਰਖ ਤੁਰੇ ਸੀ। ਤੇ ਪਰ ਕਿਉਂਕਿ ਕਾਰਜ ਬਹੁਤ ਵੱਡਾ ਸੀਗਾ ਤੇ ਉਸ ਸਮੇਂ ਤਾਂ ਸਾਨੂੰ ਨਹੀਂ ਸੀ ਲੱਗਦਾ ਕਿ, ਪਰ ਜਿਸ ਤਰ੍ਹਾਂ ਵੀ ਗੁਰੂ ਸਾਹਿਬ ਨੇ ਇਹ ਕਾਰਜ ਆਪਣਾ ਆਪ ਕਿਰਪਾ ਕਰਕੇ ਇਹ ਕਾਰਜ ਕਰਵਾਇਆ, ਮੈਨੂੰ ਇਹ ਲੱਗਦਾ ਕਿ ਇਹਦੇ ਖਰਚ ਨਾਲੋਂ ਵੀ ਜਿਹੜੀ ਵੱਡੀ ਅਹਿਮ ਕਿਰਪਾ ਸਤਿਗੁਰੂ ਨੇ ਕੀਤੀ ਆ ਕਿ ਜਿਹੜਾ ਮਹਾਂਪੁਰਖਾਂ ਨੇ ਖਰਚ ਤਾਂ ਜਿਹੜਾ ਹੋਇਆ ਸੋ ਹੋਇਆ, ਉਹ ਤਾਂ ਚਲੋ ਕੋਈ ਨਹੀਂ, ਮਾਇਆ ਆਵਣ ਜਾਣੀ ਆ, ਪਰ ਜਿਹੜੀ ਇਹ ਸੰਕਲਪ ਮਹਾਂਪੁਰਖਾਂ ਨੂੰ ਅਕਾਲ ਪੁਰਖ ਨੇ ਦਿੱਤਾ ਕਿ ਇਹ ਬਿਨਾਂ ਕਿਸੇ ਮੁੱਲ ਤੋਂ, ਬਿਨਾਂ ਕਿਸੇ ਭੇਟਾ ਤੋਂ ਕਥਾ ਕਰਨ ਵਾਲੇ ਨੂੰ, ਪਰ ਸ਼ਰਤ ਇਹ ਹੈ ਕਿ ਉਹ ਕਥਾ ਕਰਨ ਵਾਲਾ ਹੋਵੇ, ਕਿਉਂਕਿ ਇਸ ਤਰ੍ਹਾਂ ਤਾਂ ਫਿਰ ਤੁਸੀਂ ਵੀ ਸਮਝਦਾਰ ਹੋ। ਤੇ ਕਿਉਂਕਿ ਫਿਰ ਵੀ ਉਹਦੇ ਤੇ 12 ਪੋਥੀਆਂ ਨੇ, ਇੱਕ ਸੈੱਟ ਦੀਆਂ 12 ਪੋਥੀਆਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਸੰਪੂਰਨ ਸਟੀਕ ਆ। ਪਰ ਸਾਡੀ ਕੋਸ਼ਿਸ਼ ਇਹ ਆ, ਤੇ ਸਾਨੂੰ ਹੁਣ ਵੀ ਬੜੇ ਸੋਸ਼ਲ ਮੀਡੀਆ ਤੇ ਪੜ੍ਹ ਕੇ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਹੋਰ ਜਥੇਬੰਦੀਆਂ ਨਾਲ ਸੰਬੰਧਿਤ ਸਿੰਘਾਂ ਦੇ ਫੋਨ ਐਡਰੈਸ ਆ ਰਹੇ ਨੇ। ਅਸੀਂ ਉਹਨਾਂ ਦੇ ਨਾਮ ਤੇ ਨੰਬਰ ਨੋਟ ਕਰੀ ਜਾ ਰਹੇ ਹਾਂ ਤੇ ਇੱਕ ਦਿਨ ਫਿਰ ਅਸੀਂ ਜਦੋਂ ਸਾਡੇ ਕੋਲ ਸਾਰਾ ਡਾਟਾ ਇਕੱਠਾ ਹੋ ਜਾਊਗਾ ਤੇ ਉਹਨਾਂ ਨੂੰ ਫਿਰ ਇੱਥੇ ਸੱਦ ਕੇ ਜਿਹੜਾ ਹੈਗਾ ਜਿਹੜੇ ਡਿਮਾਂਡ ਕਰ ਰਹੇ ਨੇ ਉਹਨਾਂ ਨੂੰ ਅਸੀਂ ਆਪ ਦੇਵਾਂਗੇ। ਉਸ ਤੋਂ ਇਲਾਵਾ ਆਪ ਜਾ ਕੇ ਜਿਨ੍ਹਾਂ ਪ੍ਰਚਾਰਕਾਂ ਦਾ ਸਾਨੂੰ ਸੰਪਰਦਾਵਾਂ ਦਾ ਪਤਾ, ਸਾਰਿਆਂ ਦੇ ਕੋਲ ਮਤਲਬ ਇਹ ਸਟੀਕ ਜਿਹੜਾ ਹੈਗਾ ਈਵਨ ਯੂਨੀਵਰਸਿਟੀ ਤੱਕ ਜਿਹੜਾ ਹੈਗਾ ਇਹ ਪਹੁੰਚਾਇਆ ਜਾਏਗਾ। ਬਿਲਕੁਲ ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਜਾਂ ਜੋ ਕਥਾ ਕਰ ਰਹੇ ਨੇ, ਅਸੀਂ ਕੌਮ ਦੀ ਸੇਵਾ ਕਰ ਰਹੇ ਨੇ, ਉਹਨਾਂ ਨੂੰ ਇਹ ਸਟੀਕ ਜਿਹੜਾ ਆ ਉਹ ਦਿੱਤਾ ਜਾਊਗਾ। ਉੱਥੇ ਨਾਲ ਕਈ ਵਾਰੀ ਇਹ ਚੀਜ਼ ਵੀ ਸਾਹਮਣੇ ਆ ਜਾਂਦੀ ਹੈ ਕਿ ਜਦੋਂ ਅਜਿਹੀ ਕੋਈ ਵਡਮੁੱਲੀ ਚੀਜ਼ ਜਿਹੜੀ ਆ ਉਹ ਲੈ ਕੇ ਸੰਗਤਾਂ ਦੇ ਰੂਬਰੂ ਕਰੀਦੀ ਆ, ਤਾਂ ਨਾਲ ਕੁਝ ਵਪਾਰੀ ਲੋਕ ਜਿਸ ਤਰ੍ਹਾਂ ਦੇ ਹੁੰਦੇ ਆ, ਵਪਾਰੀ ਕਰਨ ਵਾਲੇ ਅਜਿਹੇ ਲੋਕ ਵੀ ਕੁਝ ਜਿਹੜੇ ਆ ਸੰਪਰਕ ਕਰਦੇ ਆ। ਕੁਝ ਇਸ ਤਰ੍ਹਾਂ ਦੇ ਲੋਕਾਂ ਨੇ ਵੀ ਸੰਪਰਕ ਕੀਤਾ ਜਿਸ ਤਰ੍ਹਾਂ ਕੋਈ ਪੈਸੇ ਲੈ ਕੇ ਤੇ ਫਿਰ ਉਹ ਚੀਜ਼ ਨੂੰ ਅੱਗੇ ਵੇਚਦੇ ਆ। ਜਿਸ ਤਰ੍ਹਾਂ ਦੀ ਅਸੀਂ ਗੱਲ ਕਰ ਲਈ ਜਾਵੇ, ਕੋਈ ਧਾਰਮਿਕ ਕਿਤਾਬਾਂ ਜਾਂ ਹੋਰ ਪੋਥੀਆਂ ਦੀ ਗੱਲ ਕਰ ਲਈ ਜਾਵੇ, ਤਾਂ ਇਸ ਤਰ੍ਹਾਂ ਦਾ ਵੀ ਕੋਈ ਤੁਹਾਡੇ ਨਾਲ ਕਿਸੇ ਨੇ ਸੰਪਰਕ ਕੀਤਾ ਕਿ ਤੁਸੀਂ ਸਾਨੂੰ ਦੇ ਦਿਓ ਜਾਂ ਇਸ ਤਰ੍ਹਾਂ ਕੁਛ? ਡੈਫੀਨੇਟਲੀ, ਕਿਉਂਕਿ ਇਹ ਤਾਂ ਚੀਜ਼ ਇਹੀ ਜਿਹੀ ਆ, ਇਹ ਤੋਂ ਤਾਂ ਮਤਲਬ ਜਿੰਨਾ ਮਰਜ਼ੀ, ਜੇ ਮੇਰਾ ਖਿਆਲ ਅਸੀਂ ਉਹ ਇਹਦੇ ਤੋਂ ਜਥੇ ਨਹੀਂ ਵਪਾਰ ਕਰਨਾ ਹੁੰਦਾ ਤਾਂ ਮੋਟੀ ਕਮਾਈ ਜਥਾ ਹੀ ਕਰ ਸਕਦਾ ਸੀਗਾ ਇਹ ਕਮਾਈ ਕਰਕੇ, ਮਤਲਬ ਇਸ ਤਰ੍ਹਾਂ। ਤੇ ਪਰ ਨਹੀਂ, ਕਿਉਂਕਿ ਜਦੋਂ ਮਹਾਂਪੁਰਖਾਂ ਦੇ ਮਨ ਵਿੱਚ ਇਹ ਸੰਕਲਪ ਉੱਠਿਆ ਸੀ, ਉਦੋਂ ਕੋਈ ਸੰਗਤ ਦੇ ਸਰੀਰਾਂ ਨਹੀਂ ਉਸੇ ਵਕਤ ਇਹ ਕਹਿਤਾ ਸੀਗਾ ਕਿ ਤੁਸੀਂ ਇਹ ਸੇਵਾ ਆਰੰਭ ਕਰੋ ਤੇ ਸਹਿਯੋਗ ਅਸੀਂ ਕਰਾਂਗੇ, ਪਰ ਨਾਲ ਆਪਾਂ ਸੰਕਲਪ ਇਹ ਰੱਖਣਾ ਕਿ ਜਿਹੜਾ ਵੀ ਕਥਾ ਕਰਨ ਵਾਲਾ ਉਹਨੂੰ ਭੇਟਾ ਤੋਂ ਰਹਿਤ ਦੇਣਾ। ਜਿੰਨੀ ਸਾਡੇ ਵਿੱਚ ਸਮਰੱਥਾ ਸੀ, ਜਿੰਨੀ ਜਥਾ ਐਫਰਟ ਕਰ ਸਕਦਾ ਸੀ, ਜਿੰਨੀ ਸੰਗਤ ਨੇ ਸਹਿਯੋਗ ਕੀਤਾ, ਉਹ ਸਾਰੀ ਮਾਇਆ ਨਾਲ ਅਸੀਂ ਛਪਾ ਕੇ ਫ੍ਰੀ ਵੰਡਾਂਗੇ। ਤੇ ਆਉਣ ਵਾਲੇ ਸਮੇਂ ਲਈ ਫਿਰ ਉਸ ਤੋਂ ਬਾਅਦ ਫਿਰ ਦੇਖਾਂਗੇ, ਫਿਰ ਜਾਂ ਕਿਸੇ ਦੁਕਾਨ ਵਾਲੇ ਨੂੰ ਜਿਹੜਾ ਹੈਗਾ ਪੱਕਾ ਅਧਿਕਾਰ ਦੇ ਦਿਆਂਗੇ। ਉਹ ਤੋਂ ਬਾਅਦ ਉਹ ਛਾਪੇ ਤੇ ਜਿਹਨੂੰ ਫਿਰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹ ਤਾਂ ਹੈ ਨਹੀਂ ਵੀ ਇੱਕੇ ਵਾਰੀ ਛਪਾ ਕੇ ਵੰਡ ਤਾਂ ਗੱਲ ਖਤਮ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੇਨ ਬਰਕਰਾਰ ਚੱਲਦੀ ਰਹੇ, ਉਹਦੇ ਲਈ ਤਾਂ ਫਿਰ ਸਾਨੂੰ ਮਤਲਬ ਜਿਹੜਾ ਹੈਗਾ ਕਿਸੇ ਨਾ ਕਿਸੇ ਨੂੰ ਦੇਣਾ ਹੀ ਪੈਣਾ ਅਧਿਕਾਰ। ਪਰ ਉਹ ਫਿਰ ਸਿੱਧਾ ਦੁਕਾਨ ਵਾਲੇ ਦੀ ਹੋਏਗੀ ਗੱਲ ਤੇ ਆਪਣਾ ਲੈਣ ਵਾਲਿਆਂ ਦੀ ਹੋਏਗੀ। ਤੇ ਜਿਹੜੀ ਸਾਡਾ ਕੰਮ ਸੀਗਾ ਉਹ ਅਸੀਂ ਆਪਣੇ ਵੱਲੋਂ ਜਿਹੜੀ ਸੇਵਾ ਕਰਨੀ ਸੀ, ਮੈਨੂੰ ਲੱਗਦਾ ਕਿ ਉਹ ਅਸੀਂ ਗੁਰੂ ਸਾਹਿਬ ਕਿਰਪਾ ਕਰਕੇ ਜਿਹੜਾ ਹੈਗਾ ਉਹ ਕਰਵਾ ਲੈਣਗੇ। ਬਿਲਕੁਲ ਜੀ, ਬੜਾ ਵਡਮੁੱਲਾ ਖਜ਼ਾਨਾ ਜਿਹੜਾ ਆ ਉਹ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਜਿਹੜੇ ਆ ਉਹਨਾਂ ਦੇ ਵੱਲੋਂ ਇੱਕ ਲੰਮਾ ਸਮਾਂ ਮਿਹਨਤ ਕਰਕੇ ਇਹ ਚੀਜ਼ ਨੂੰ ਤਿਆਰ ਕੀਤਾ ਗਿਆ ਤੇ ਹੁਣ ਸੰਗਤਾਂ ਦੇ ਇਹ ਰੂਬਰੂ ਕੀਤਾ ਆ। ਅਤੇ ਜੇਕਰ ਭਾਈ ਸਾਹਿਬ ਗੱਲ ਕੀਤੀ ਜਾਵੇ ਕਿ ਜਿਸ ਤਰ੍ਹਾਂ ਆਪਾਂ ਵਪਾਰੀਕਰਨ ਦੀ ਗੱਲ ਕਰ ਰਹੇ ਹਾਂ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਨਵਾਂ ਯੁੱਗ ਚੱਲਦਾ, ਕੁਛ ਅਜਿਹਾ ਵੀ ਕੀਤਾ ਜਾ ਰਿਹਾ ਆ ਜਿਸ ਦੇ ਨਾਲ ਗੁਰਬਾਣੀ ਦੇ ਅਰਥ ਜਿਹੜੇ ਆ ਉਹ ਘਰ ਘਰ ਤੱਕ ਪਹੁੰਚ ਸਕਣ, ਤਾਂ ਜੋ ਹਰ ਇੱਕ ਸਿੱਖ ਜਿਹੜਾ ਹੈ ਉਹ ਖੁਦ ਇਸ ਚੀਜ਼ ਨੂੰ ਪੜ੍ਹ ਸਕੇ, ਸਮਝ ਸਕੇ, ਉਸ ਦੇ ਅਰਥਾਂ ਦਾ ਪਤਾ ਜਿਹੜਾ ਲੱਗ ਸਕੇ। ਕਿਤੇ ਨਾ ਕਿਤੇ ਜੇਕਰ ਗੱਲ ਕਰ ਲਈ ਜਾਵੇ ਤਾਂ
ਇਹ ਵੀ ਬੜੀ ਮੁਸ਼ਕਲ ਪੇਸ਼ ਆਉਂਦੀ ਹੈ ਕਿ ਅਸੀਂ ਗੁਰਬਾਣੀ ਨੂੰ ਪੜ੍ਹ ਤਾਂ ਲੈਂਦੇ ਹਾਂ ਪਰ ਉਸਦੇ ਅਰਥ ਜਿਹੜੇ ਆ ਉਹ ਸਾਨੂੰ ਕਰਨੇ ਨਹੀਂ ਆਉਂਦੇ ਜਾਂ ਅਸੀਂ ਨਹੀਂ ਸਮਝ ਸਕਦੇ। ਸੋ ਇਸ ਚੀਜ਼ ਵਾਸਤੇ ਵੀ ਕੁਝ ਚੀਜ਼ ਅਜਿਹੀ ਕੀਤੀ ਜਾ ਰਹੀ ਹੈ ਕਿ ਘਰ ਘਰ ਤੱਕ ਇਸ ਚੀਜ਼ ਨੂੰ ਪਹੁੰਚਾਇਆ ਜਾਵੇ। ਬਿਲਕੁਲ ਜੀ, ਬਿਲਕੁਲ। ਇਹਦੇ ਵਾਸਤੇ ਕਿਉਂਕਿ ਜਦੋਂ ਆਪਾਂ ਇਹ ਗੱਲ ਸੰਕਲਪ ਲੈ ਲਿਆ ਕਿ ਅਸੀਂ ਗੁਰਬਾਣੀ ਦੇ ਅਰਥ ਫ੍ਰੀ ਸੇਵਾ ਵਿੱਚ ਪਹੁੰਚਾਉਣੇ ਨੇ, ਜੇ ਹੁਣ ਮੰਨ ਲਓ ਅਸੀਂ ਛਪਾ ਕੇ ਇੰਨਾ ਕੁ ਵੰਡ ਦਿੰਦੇ, ਉਦੋਂ ਬਾਅਦ ਦੁਕਾਨਾਂ ਵਾਲੇ ਛਾਪਣਗੇ ਤੇ ਜਿਹਨੇ ਲੈਣਾ ਉਹ ਮੁੱਲ ਦੇ ਕੇ ਲਏਗਾ। ਫਿਰ ਮੈਨੂੰ ਲੱਗਦਾ ਸਾਡੇ ਸੰਕਲਪ ਕਿਤੇ ਨਾ ਕਿਤੇ ਮਤਲਬ ਉਹਦੇ ਵਿੱਚ ਠੀਕ ਆ, ਭਾਵੇਂ ਆਪਣੀ ਸੇਵਾ ਕਰ ਦਿੱਤੀ ਸੀ, ਪਰ ਅਸੀਂ ਉਸ ਤੋਂ ਵੀ ਉੱਪਰ ਜਾ ਕੇ ਇਹਦੀ ਇੱਕ ਐਪ ਜਿਹੜੀ ਹੈ ਉਹ ਤਿਆਰ ਕਰਵਾ ਲਈ ਹੈ ਤੇ 25 ਅਕਤੂਬਰ ਨੂੰ ਇਹ ਐਪ ਵੀ ਲਾਂਚ ਕਰ ਰਹੇ ਹਾਂ, ਜਿਸ ਐਪ ਦੇ ਉੱਤੇ ਇਹ ਸਾਰਾ ਮੁਕੰਮਲ ਸਟੀਕ ਜਿਹੜਾ ਪੈ ਜਾਣਾ। ਪੂਰੇ ਸੰਸਾਰ ਦੇ ਵਿੱਚ ਬੈਠੇ ਹੋਏ ਗੁਰੂ ਪਿਆਰੇ ਗੁਰਸਿੱਖ ਸੰਗਤਾਂ ਐਪਲ ਫੋਨ, ਐਂਡਰਾਇਡ ਫੋਨ ਦੋਨਾਂ ਲਈ ਐਪ ਜਿਹੜੀ ਹੈਗੀ ਉਹ ਬਣਾ ਦਿੱਤੀ ਗਈ ਹੈ ਔਰ ਉਹ ਐਪ ਤੋਂ ਮਤਲਬ ਜਿਹੜਾ ਹੈਗਾ ਸਟੀਕ ਦਾ ਪੜ੍ਹ ਸਕਦੇ ਨੇ। ਪਰ ਹਜੇ ਸਿਰਫ ਉਹਦਾ ਇਹ ਫਰਕ ਹੋਊਗਾ ਕਿ ਹਜੇ ਤੁਹਾਨੂੰ ਉਹ ਅੰਗ ਤੋਂ ਹੀ ਨਿਕਲੇਗੀ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਅਸੀਂ ਉਹਨੂੰ ਹੋਰ ਉਹਦਾ ਇਨਫਰਾਸਟਰਕਚਰ ਜਿਹੜਾ ਹੈਗਾ ਉਹ ਚੇਂਜ ਕਰਾਂਗੇ ਤਾਂ ਕਿ ਜਿਹੜਾ ਹੈਗਾ ਉਹਦੇ ਵਿੱਚ ਫਿਰ ਤੁਹਾਨੂੰ ਸ਼ਬਦ ਦੇ ਅਰਥ ਵੀ ਜਿਹੜੇ ਨੇ ਮਤਲਬ ਉਹ ਮਤਲਬ ਨਿਕਲ ਜਾਣ। ਪਰ ਕਿਉਂਕਿ ਜਿੱਥੇ ਸਟੀਕ ਦਾ ਉਹ ਸੂਚੀ ਲਾ ਦਿਆਂਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ ਇੰਨਾ ਤੇ ਸਟੀਕ ਦਾ ਅੰਗ ਇੰਨਾ, ਮਤਲਬ ਫੈਸਿਲਿਟ ਆਪਣੇ ਵੱਲੋਂ ਪੂਰਾ ਉਹਦੇ ਤੇ ਵੀ ਅਸੀਂ ਕਰ ਰਹੇ ਹਾਂ। ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਉਹ ਐਪ ਇਹਦੀ ਬਣਾ ਦਿੱਤੀ। ਐਪ ਦੇ ਉੱਤੇ ਮਤਲਬ ਪੂਰੇ ਸੰਸਾਰ ਦੇ ਵਿੱਚ ਬੈਠਾ ਹੋਇਆ ਗੁਰਮੁਖ ਪਿਆਰਾ 5-6 ਮਿੰਟ ਦੇ ਵਿੱਚ ਇਹ ਡਾਊਨਲੋਡ ਐਪ ਹੋ ਜਾਇਆ ਕਰੂਗੀ। 25 ਅਕਤੂਬਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਦਣ ਜੋਤੀ ਜੋਤ ਦਿਹਾੜਾ, ਉਸ ਦਿਨ ਇਹ ਐਪ ਵੀ ਜਿਹੜੀ ਹੈਗੀ ਉਹ ਇਸ ਪਵਿੱਤਰ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੋਂ ਅਸੀਂ ਲਾਂਚ ਕਰ ਰਹੇ ਹਾਂ ਮਤਲਬ ਇਹਦੇ ਨਾਲ। ਬਿਲਕੁਲ, ਸਿੱਖ ਸੰਗਤਾਂ ਦੇਸ਼ ਵਿਦੇਸ਼ ਦੀਆਂ ਸਿੱਖ ਚੈਨਲ ਦੇ ਰਾਹੀਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਵਾਲੇ ਜਿਹੜੇ ਕਿ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਦੇ ਸਪੁੱਤਰ ਨੇ, ਉਹਨਾਂ ਦੇ ਕੋਲੋਂ ਸੁਣ ਰਹੇ ਨੇ ਕਿ ਇਹ ਜਿਹੜਾ ਇੱਕ ਵਡਮੁੱਲਾ ਖਜ਼ਾਨਾ ਸੰਗਤਾਂ ਦੇ ਸਨਮੁਖ ਰੱਖਿਆ ਗਿਆ, ਸੰਗਤਾਂ ਤੱਕ ਪਹੁੰਚਾਇਆ ਗਿਆ ਹੈ, ਸਮਰਪਿਤ ਕੀਤਾ ਗਿਆ ਹੈ ਸੰਗਤਾਂ ਨੂੰ, ਉਸ ਦਾ ਜ਼ਿਕਰ ਜਿਹੜਾ ਕਰ ਰਹੇ ਹਾਂ ਕਿ ਇਹ ਘਰ ਘਰ ਤੱਕ ਪਹੁੰਚਾਉਣ ਵਾਸਤੇ ਇੱਕ ਜਿੱਥੇ ਲੰਮਾ ਸਮਾਂ ਲਗਾ ਕੇ ਇਸ ਚੀਜ਼ ਦੇ ਵਾਸਤੇ ਇਹ ਦੇਣ ਜਿਹੜੀ ਆ ਉਹ ਦਿੱਤੀ ਹੈ ਕਿ ਆਪਣਾ ਸਮਾਂ ਜਿਹੜਾ, ਕਿਉਂਕਿ ਸਮਾਂ ਇੱਕ ਅਜਿਹੀ ਚੀਜ਼ ਹੈ ਜਿਹੜਾ ਸਭ ਤੋਂ ਜ਼ਿਆਦਾ ਕੀਮਤੀ ਹੁੰਦਾ ਹੈ ਤੇ ਇਹ ਇੱਕ ਇਤਿਹਾਸ ਸਿਰਜ ਦਿੱਤਾ ਹੈ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ। ਭਾਈ ਸਾਹਿਬ ਜੀ, ਜੇਕਰ ਗੱਲ ਕੀਤੀ ਜਾਵੇ ਸਹਾਇਤਾ ਦੀ ਤਾਂ ਕਿੰਨਾ ਲਿਖਾਰੀਆਂ ਨੇ ਸਹਾਇਤਾ ਕੀਤੀ ਹੈ ਨਾਲ, ਕਿਉਂਕਿ ਬੈਠ ਕੇ ਲਿਖਣ ਦਾ ਕੰਮ ਜਿਹੜਾ ਆ ਉਹ ਬੜਾ ਸਖਾਲਾ ਜਿਹੜਾ ਆ ਉਹ ਨਹੀਂ ਹੁੰਦਾ ਇੱਕ ਵਿਅਕਤੀ ਵਾਸਤੇ। ਸੋ ਕਿੰਨਾ ਨੇ ਵਿੱਚ ਸਹਾਇਤਾ ਕੀਤੀ ਜਿਨ੍ਹਾਂ ਨੇ ਲਿਖਿਆ, ਸੰਪੂਰਨ ਤੌਰ ਦੇ ਉੱਤੇ ਇਸ ਦੀ ਲਿਖਾਈ ਜਿਹੜੀ ਉਹ ਕੀਤੀ ਗਈ? ਜਦੋਂ ਤੁਸੀਂ ਆਹ ਸਵਾਲ ਮੈਨੂੰ ਕਰ ਰਹੇ ਹੋ, ਮੇਰਾ ਮਨ ਭਾਵੁਕ ਹੋ ਰਿਹਾ ਸੀ। ਇਹਦੇ ਵਿੱਚ ਸਭ ਤੋਂ ਵੱਡੀ ਸਹਾਇਤਾ ਉਹ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ, ਜਿਨ੍ਹਾਂ ਨੇ ਆਪਣੇ ਅਰਥ ਜਿਹੜੇ ਸਤਿਗੁਰੂ 8ਵੇਂ ਪਾਤਸ਼ਾਹ ਗੂੰਗਿਆਂ ਤੋਂ ਕਥਾ ਕਰਾ ਸਕਦੇ ਨੇ, ਉਹਨਾਂ ਨੇ ਹੀ ਇਹ ਕਿਰਪਾ ਕਰਕੇ ਤੇ ਉਹਦੇ ਨਾਲ ਨਾਲ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਮਾਤਾ ਗੁਜਰ ਕੌਰ ਦੀ ਅਸੀਸ, ਕਲਗੀਧਰ ਪਾਤਸ਼ਾਹ ਦੀ ਅਸੀਸ ਔਰ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਅਸੀਸ, ਜਿਨ੍ਹਾਂ ਦੇ ਇਹ ਰਸਨਾ ਤੋਂ ਨਿਕਲੇ ਹੋਏ ਅਰਥ। ਹੋਰ ਉਹਨਾਂ ਮਹਾਂਪੁਰਖਾਂ ਦੀ ਮੈਂ ਇੱਥੇ ਇੱਕ ਜ਼ਿਕਰ ਕਰਨਾ ਚਾਹੁੰਦਾ। ਸੰਤ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ ਹੋਏ, ਜਿਨ੍ਹਾਂ ਦੇ ਦਰ ਤੇ ਰਾਜੇ ਮਹਾਰਾਜੇ ਵੀ ਝੁਕਦੇ ਸੀ। ਭਾਵੇਂ ਅੱਜ ਦੇ ਯੁੱਗ ਦੇ ਵਿੱਚ ਬਹੁਤ ਸਾਰੇ ਨਾਸਤਿਕ ਲੋਕ ਸੰਤਾਂ ਮਹਾਂਪੁਰਖਾਂ ਦੇ ਉੱਤੇ ਊਲ ਜਲੂਲ ਸੁੱਟੀ ਜਾਂਦੇ ਨੇ, ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਸਿੱਖ ਚੈਨਲ ਦੇ ਮਾਧਿਅਮ ਤੇ ਕਿ ਜੇ ਅੱਜ ਦਾਸ ਦੇ ਸਤਿਕਾਰਯੋਗ ਪਿਤਾ ਇਹ ਕੌਮ ਦਾ ਮਹਾਨ ਕਾਰਜ ਇਸ ਮੁਕਾਮ ਤੇ ਲੈ ਗਏ, ਸਤਿਗੁਰੂ ਨੇ ਕਿਰਪਾ ਕਰਕੇ ਇਹ ਕਾਰਜ ਕਰਾ ਲਿਆ, ਤਾਂ ਇਹਦੇ ਵਿੱਚ ਇੱਕ ਸੰਤ ਦੇ ਬਚਨ ਦੀ ਬਰਕਤ ਸੀ। ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਨਸਲਪੁਰ ਵਾਲੇ, ਜਿਨ੍ਹਾਂ ਦੇ ਦਰ ਤੇ ਮਹਾਰਾਜਾ ਭੁਪਿੰਦਰ ਸਿੰਘ ਵਰਗੇ ਵੀ ਜਾ ਕੇ ਮੱਥੇ ਰਗੜਤੇ ਸੀ। ਮਹਾਂਪੁਰਖ ਉਹਨਾਂ ਨੂੰ ਇੱਕ ਵਾਰੀ ਮਿਲਣ ਗਏ, ਉਦੋਂ ਤਾਂ ਖੇਤੀ ਉਹ ਕਰਦੇ ਸੀ, ਕਦੇ ਪ੍ਰਚਾਰ ਬਾਰੇ ਵੀ ਨਹੀਂ ਸੀ ਸੋਚਿਆ। ਉਹਨਾਂ ਨੇ ਦੋਏ ਹੱਥ ਮਹਾਂਪੁਰਖਾਂ ਦੇ ਸਿਰ ਤੇ ਰੱਖ ਕੇ ਕਿਹਾ ਸੀ, ਉਹ ਸਾਊ ਬਚਨ ਕਹਿੰਦੇ ਹੁੰਦੇ ਸੀ, ਕਹਿੰਦੇ ਸਾਊ ਪੜ੍ਹਿਆ ਕਰੋ, ਪੜ੍ਹਾਇਆ ਕਰੋ, ਸੁਣਿਆ ਕਰੋ, ਸੁਣਾਇਆ ਕਰੋ। ਇਹ ਉਹਨਾਂ ਬਚਨਾਂ ਦੀ ਬਰਕਤ ਆ। ਸੋ ਉਹ ਬਚਨਾਂ ਨੇ ਹੀ ਇਹ ਇਤਿਹਾਸ ਸਿਰਜਿਆ। ਦੂਸਰੀ ਗੱਲ, ਮੈਂ ਆਪਣੇ ਪਿਤਾ ਜੀ ਨੂੰ ਇੱਕ ਦਿਨ ਇਹ ਬੇਨਤੀ ਕਰ ਰਿਹਾ ਸੀ ਕਿ ਗੁਰੂ ਸਾਹਿਬ ਨੇ ਤੁਹਾਤੋਂ ਇਹ ਕਾਰਜ ਅਜਿਹਾ ਕਰਾ ਲਿਆ। ਦੇਖੋ, ਆਪਣੇ ਆਪਣੇ ਸਮੇਂ ਦੇ ਉੱਤੇ ਗੱਲਾਂ ਕਰਕੇ ਸਭ ਨੇ ਚਲੇ ਜਾਣਾ। ਕਿਸੇ ਨੇ ਰਾਜਨੀਤਿਕ ਗੱਲਾਂ, ਕਿਸੇ ਨੇ ਧਾਰਮਿਕ ਗੱਲਾਂ, ਕਿਸੇ ਨੇ ਸਮਾਜਿਕ ਗੱਲਾਂ, ਠੀਕ ਹੈ ਨਾ। ਗੱਲਾਂ ਕੋਈ ਵੱਧ ਕਰ ਸਕਦਾ ਤੇ ਕੋਈ ਘੱਟ ਕਰ ਸਕਦਾ।
ਗੱਲਾਂ ਬੰਦੇ ਦੇ ਨਾਲ ਹੀ ਖਤਮ ਹੋ ਜਾਂਦੀਆਂ ਨੇ, ਯਾਦ ਰੱਖਿਓ। ਪਰ ਸਦਾ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਹੈ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਸਦਾ ਬਾਣੀ ਨੇ ਰਹਿਣਾ। ਜੋ ਬਾਣੀ ਦੇ ਅਰਥ ਮਹਾਂਪੁਰਖਾਂ ਤੋਂ ਸਤਿਗੁਰੂ ਸਾਹਿਬ ਨੇ ਲਿਖਵਾ ਲਏ, ਮੈਂ ਮਹਾਂਪੁਰਖਾਂ ਨੂੰ, ਮੈਨੂੰ ਇਹ ਲੱਗਦਾ ਕਿ ਹੁਣ ਤੱਕ ਉਹਨਾਂ ਨੇ ਹਜ਼ਾਰਾਂ ਵਿਦਿਆਰਥੀ ਪੜ੍ਹਾਏ। ਅੱਜ ਤੋਂ ਬਾਅਦ ਉਹ ਵਿਦਿਆਰਥੀ ਪੜ੍ਹਾਉਣੇ ਵੀ ਬੰਦ ਕਰ ਦੇਣ ਨਾ, ਉਹ ਵਿਦਿਆਲਾ ਬੰਦ ਕਰਕੇ ਆਰਾਮ ਨਾਲ ਆਪਣੀ ਬੰਦਗੀ ਕਰਨ। ਹੁਣ ਆਪਣੇ ਜੀਵਨ ਦੇ ਆਖਰੀ ਜਿਹੜੇ ਸਵਾਸ ਨੇ ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਲਾਉਣ। ਤਾਂ ਮੇਰਾ ਖਿਆਲ ਆ ਕਿ ਸਦੀਆਂ ਤੱਕ ਵਿਦਿਆਰਥੀ ਮਹਾਂਪੁਰਖਾਂ ਦੇ ਬਣਦੇ ਜਾਣਗੇ, ਕਿਉਂਕਿ ਜਿਹਨੇ ਸਟੀਕ ਪੜ੍ਹ ਲਿਆ, ਅਰਥ ਸਿੱਖ ਲਏ, ਸੰਗਤ ਦੇ ਵਿੱਚ ਬੈਠ ਕੇ ਅਰਥ ਸੁਣਾਊਗਾ, ਤੇ ਕੋਈ ਚੰਗੀ ਗੱਲ ਗੁਰਬਾਣੀ ਦੀ ਕਿਸੇ ਦੇ ਕੰਨ ਵਿੱਚ ਪਏਗੀ, ਕਿਸੇ ਦਾ ਜੀਵਨ ਬਦਲੇਗੀ। ਤੇ ਮੈਨੂੰ ਇਹ ਲੱਗਦਾ ਕਿ ਇਹ ਸਦੀਆਂ ਤੱਕ ਰਹਿਣ ਵਾਲਾ ਕਾਰਜ ਮਹਾਂਪੁਰਖਾਂ ਤੋਂ ਗੁਰੂ ਸਾਹਿਬ ਜੀ ਨੇ ਕਰਵਾ ਲਿਆ। ਇਹਦੇ ਪਿੱਛੇ ਇੱਕ ਪਿਛੋਕੜ ਹੋਰ ਹੈ ਕਿ ਇਹ ਕਾਰਜ ਕਰਨ ਦੀ ਜਿਹੜੀ ਪ੍ਰੇਰਨਾ ਕਿਵੇਂ ਹੋਈ। ਬਹੁਤ ਸਾਲ ਪਹਿਲਾਂ ਮਹਾਂਪੁਰਖਾਂ ਨੇ ਇੱਕ ਗ੍ਰੰਥ ਲਿਖਿਆ ਸੀ, ਗੁਰਬਾਗ ਚਾਨਣ, ਜਿਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਰ-ਬਾਰ ਆਉਣ ਵਾਲੇ ਮੁੱਖ ਵਾਕਾਂ ਦੀ ਕਥਾ, ਸੰਗਰਾਂਦ ਦੀ, 12 ਮਾਹਾਂ ਦੀ ਕਥਾ ਔਰ ਮੁੱਖ ਵਾਕਾਂ ਦੀ ਕਥਾ, ਤਕਰੀਬਨ ਉਹ 20,000 ਪੋਥੀ ਹੁਣ ਤੱਕ ਛਪੀ ਹੈ। ਪੂਰੇ ਸੰਸਾਰ ਦੇ ਵਿੱਚ ਉਹ ਪਹੁੰਚੀ। ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ, ਸਾਡੇ ਕੋਲੇ ਰਿਜ਼ਲਟ ਨੇ ਕਿ ਪਿੰਡਾਂ ਦੇ ਗ੍ਰੰਥੀ ਸਿੰਘ ਪਿੰਡਾਂ ਵਿੱਚ ਕਥਾ ਕਰਨ ਲੱਗ ਗਏ, ਜਿਨ੍ਹਾਂ ਨੂੰ ਕਦੇ ਕਥਾ ਦਾ ਪਤਾ ਨਹੀਂ ਸੀ ਹੁੰਦਾ, ਜਿਹੜੇ ਕੇਵਲ ਬਾਣੀ ਪੜ੍ਹਨ ਤੱਕ ਸੀਮਿਤ ਸੀ। ਤੇ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਇੱਕ ਗ੍ਰੰਥ ਲਿਖਿਆ, ਗੁਰਪ੍ਰਕਰਨ ਚਾਨਣ, ਜਿਹਦੇ ਵਿੱਚ ਗੁਰੂ ਸਾਹਿਬਾਨਾਂ ਦੇ ਅਵਤਾਰ ਦਿਹਾੜੇ, ਗੁਰਤਾ ਗੱਦੀ ਤੇ ਜੋਤੀ ਜੋਤ, ਉਹ ਪ੍ਰਚਾਰਕਾਂ ਦੇ ਲਈ ਬਹੁਤ ਲਾਹੇਵੰਦ ਹੋਇਆ। ਉਹ ਦੋ ਗ੍ਰੰਥ ਪੜ੍ਹਨ ਤੋਂ ਬਾਅਦ ਮਹਾਂਪੁਰਖਾਂ ਦੇ ਪੂਰੇ ਸੰਸਾਰ ਭਰ ਦੇ ਵਿੱਚੋਂ ਗਿਆਨੀ ਸਿੰਘਾਂ ਦੇ, ਕਥਾਕਾਰਾਂ ਦਾ ਇੱਕ ਪ੍ਰੈਸ਼ਰ ਬਣਿਆ ਕਿ ਬਾਬਾ ਜੀ ਇਹ ਕਾਰਜ ਤੁਹਾਡੇ ਕਰਨ ਵਾਲਾ, ਕਿ ਜੇ ਕਿਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਟੀਕ ਲਿਖਦੇ ਹੋ ਨਾ, ਤਾਂ ਇਹਦੇ ਨਾਲ ਬਹੁਤ ਵੱਡਾ ਕੌਮ ਦਾ ਜਿਹੜਾ ਫਾਇਦਾ ਹੋਏਗਾ। ਤੇ ਇਸੇ ਕੌਮ ਦੀ ਚੜ੍ਹਦੀ ਕਲਾ ਲਈ ਤੁਸੀਂ ਬਹੁਤ ਪ੍ਰਚਾਰ ਕਰ ਲਿਆ, ਬਹੁਤ ਤੁਸੀਂ ਸੰਘਰਸ਼ ਵੀ ਕਰ ਲਿਆ, ਪੰਥਕ ਮੁੱਦਿਆਂ ਤੇ ਵੀ ਹਮੇਸ਼ਾ ਤੁਸੀਂ ਅੱਗੇ ਰਹੇ, ਪਰ ਹੁਣ ਤੁਸੀਂ ਸਾਰੀਆਂ ਗੱਲਾਂ ਨੂੰ ਛੱਡ ਕੇ ਨਾ ਇੱਕ ਕਾਰਜ ਕਰਦੇ ਹੋ, ਤੇ ਤੁਹਾਡੀ ਵੀ ਜ਼ਿੰਦਗੀ ਸਫਲੀ ਤੇ ਤੁਹਾਡੇ ਪਰਿਵਾਰ ਦੀ ਵੀ ਸਫਲੀ, ਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਪੜ੍ਹੇਗਾ ਉਹਦੀ ਵੀ ਸਫਲੀ। ਉਹ ਸਾਰੇ ਸੰਸਾਰ ਦੇ, ਮੈਂ ਸਮਝਦਾ ਕਿ ਵਿਦਵਾਨਾਂ ਦਾ ਇੱਕ ਜਿਹੜਾ ਉਹ ਪ੍ਰੈਸ਼ਰ ਸੀਗਾ, ਉਹਨਾਂ ਦੀ ਜਿਹੜੀ ਭਾਵਨਾ ਸੀ, ਤੇ ਉਹ ਵੀ ਇੱਕ ਇਹਦੇ ਵਿੱਚ ਬਹੁਤ ਵੱਡਾ ਸਹਾਇਕ ਸਿੱਧ ਹੋਈ। ਤੇ ਤਾਂ ਫਿਰ ਮਹਾਂਪੁਰਖਾਂ ਨੇ ਇਹ ਜਿਹੜਾ ਸਟੀਕ ਲਿਖਣ ਦਾ ਵੱਡਾ ਉਪਰਾਲਾ ਜਿਹੜਾ ਆਰੰਭ ਕੀਤਾ, ਤੇ ਵੱਡੇ ਕਾਰਜ ਨੂੰ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕਰਕੇ ਜਿਹੜਾ ਹੈਗਾ ਉਹ ਆਪ ਕਰਵਾ ਲਿਆ। ਤੇ ਇਹਦੇ ਪ੍ਰਤੀ ਸ਼੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਤੇ 2008 ਦੇ ਵਿੱਚ ਮਹਾਂਪੁਰਖਾਂ ਨੇ ਇਹ ਪਹਿਲੀ ਪੋਥੀ ਇਹਦੀ ਰਿਲੀਜ਼ ਕੀਤੀ ਸੀ। ਤੇ ਹੁਣ 24 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤਖਤ ਤੋਂ, ਜਿੱਥੇ ਕਲਗੀਧਰ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਕੇ ਜੋਤੀ ਜੋਤ ਸਮਾਏ ਸੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ ਇਹ ਸਤੀਕ ਜਿਹੜਾ ਹੈਗਾ ਇਹ ਕੌਮ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਸੰਪਰਦਾਇ ਦਮਦਮੀ ਟਕਸਾਲ, ਕਿਉਂਕਿ ਇਸ ਤੋਂ ਪਹਿਲਾਂ ਸਾਡੇ ਕੋਲ ਅਮੀਰ ਭੰਡਾਰ ਇੱਕ ਸੰਪਰਦਾਇ ਸਟੀਕ ਸੀਗਾ, ਤਾਂ ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ ਹੈ ਕਿ ਦਮਦਮੀ ਟਕਸਾਲ, ਜਿਸ ਟਕਸਾਲ ਨੇ ਵੱਡੇ ਵੱਡੇ ਵਿਦਵਾਨ ਪੈਦਾ ਕੀਤੇ, ਸੂਰਬੀਰ ਪੈਦਾ ਕੀਤੇ, ਗੁਣੀ ਗਿਆਨੀ ਪੈਦਾ ਕੀਤੇ, ਉਹਨਾਂ ਦੇ ਵਿੱਚੋਂ ਹੀ ਦਾਸ ਦੇ ਪਿਤਾ ਮਹਾਂਪੁਰਖਾਂ ਤੇ ਕਿਰਪਾ ਕਰਕੇ ਇਹ ਸੇਵਾ ਜਿਹੜੀ ਹੈ ਉਹ ਲਈ ਹੈ। ਬਿਲਕੁਲ ਜੀ, ਆਪਣੀ ਗੱਲ ਕੀਤੀ ਜਾਵੇ ਤਾਂ ਇੱਕ ਇਤਿਹਾਸ ਜਿਹੜਾ ਆ ਉਹ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਸਿਰਜ ਦਿੱਤਾ। ਜੇਕਰ ਮੈਂ ਗੱਲ ਕਹਿ ਦੇਵਾਂ ਤਾਂ ਇਸ ਦੇ ਵਿੱਚ ਕੋਈ ਵੀ ਅੱਤ ਕਥਨੀ ਨਹੀਂ ਹੋਵੇਗੀ, ਕਿਉਂਕਿ ਬਿਲਕੁਲ ਭਾਈ ਸਾਹਿਬ ਦੀ ਗੱਲ ਜਿਹੜੀ ਆ ਦਰੁਸਤ ਆ ਕਿ ਗੱਲਾਂ ਜਿਹੜੀਆਂ ਇੱਧਰ ਉੱਧਰ ਦੀਆਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ, ਪਰ ਕਿਸੇ ਚੀਜ਼ ਨੂੰ ਸਮਾਂ ਦੇ ਕੇ ਇੱਕ ਇਤਿਹਾਸ ਦੇ ਰੂਪ ਦੇ ਵਿੱਚ ਉਸਨੂੰ ਸੰਗਤਾਂ ਦੇ ਅਰਪਿਤ ਕਰ ਦੇਣਾ, ਸਮਰਪਿਤ ਕਰ ਦੇਣਾ, ਉਹ ਚੀਜ਼ ਜਿਹੜੀ ਆ ਉਹ ਇੱਕ ਆਪਣੀ ਕਿਸਮ ਦਾ ਇਤਿਹਾਸ ਜਿਹੜਾ ਬਣ ਜਾਂਦਾ ਹੈ ਕਿ ਜਿਹੜਾ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਇਹ ਬਣਾ ਕੇ ਵੀ ਦੱਸ ਦਿੱਤਾ ਹੈ ਕਿ ਸਾਰਾ ਕੁਝ ਜਿਹੜਾ ਆ, ਚਾਹੇ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਆ, ਪਰ ਇਹ ਵੀ ਇਹ ਗੱਲ ਇੱਥੇ ਠੀਕ ਆ ਕਿ ਗੁਰੂ ਮਹਾਰਾਜ ਕਿਰਪਾ ਜਿਹੜਾ ਹੈ ਉਹ ਕਿਸੇ ਕਿਸੇ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਰਦੇ ਨੇ, ਤੇ ਸੇਵਾ ਜਿਹੜੀ ਆ ਇਹ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਕੋਲ ਲਈ ਆ। ਸੋ ਸਮਾਂ ਜਿਹੜਾ ਸਾਡੇ ਕੋਲ ਸੀਮਤ ਆ, ਅੰਤ ਦੇ ਉੱਤੇ ਭਾਈ ਸਾਹਿਬ ਜੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਬਸ ਮੈਂ ਇਹੀ ਨਿਮਰਤਾ ਸਹਿਤ ਸਮੁੱਚੇ ਸੰਸਾਰ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੀਆਂ ਅਸੀਸਾਂ, ਤੁਹਾਡਾ ਪਿਆਰ, ਤੁਹਾਡਾ ਸਨੇਹ, ਮੈਂ ਦੇਖ ਰਿਹਾ ਕਿ ਤਕਰੀਬਨ 1997 ਤੋਂ ਮਹਾਂਪੁਰਖਾਂ ਨੇ ਇੰਗਲੈਂਡ, ਅਮਰੀਕਾ,
ਕੈਨੇਡਾ, ਯੂਰਪ ਦੀਆਂ ਕੰਟਰੀਆਂ ਦੇ ਵਿੱਚ ਲਗਾਤਾਰ ਪ੍ਰਚਾਰ ਕੀਤਾ। ਤੋ ਜੋ ਸੰਗਤ ਨੇ ਪਿਆਰ ਦਿੱਤਾ, ਇੰਡੀਆ ਦੇ ਵਿੱਚ ਲੰਮਾ ਸਮਾਂ ਮਹਾਂਪੁਰਖਾਂ ਨੇ ਪੰਜਾਬ ਦੇ ਵਿੱਚ ਕਲਕੱਤੇ ਤੱਕ ਪ੍ਰਚਾਰ ਕੀਤਾ। ਸਾਰੀਆਂ ਸੰਗਤ ਦੀਆਂ ਇਹ ਅਸੀਸਾਂ, ਤੇ ਮੈਨੂੰ ਇਹ ਲੱਗਦਾ ਕਿ ਮਹਾਂਪੁਰਖਾਂ ਨੇ ਆਪਣਾ ਜੀਵਨ ਸਫਲਾ ਕੀਤਾ ਕਿ ਸੇਵਕ ਕੋ ਸੇਵਾ ਬਨ ਆਈ। ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪਣੇ ਸੇਵਕ ਕੀ ਆਪੇ ਰੱਖੈ, ਕਾਰਜ ਵੀ ਆਰੰਭ ਕਰਾਇਆ ਤੇ ਉਸ ਕਾਰਜ ਨੂੰ ਆਪ ਨੇਪਰੇ ਚਾੜਿਆ। ਜਿਸ ਕਾ ਕਾਰਜ ਤਿਨਹਿ ਕੀਆ, ਮਾਨਸ ਕਿਆ ਵਿਚਾਰਾ ਰਾਮ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਰੋਮ ਰੋਮ ਕਰਕੇ ਸਮੁੱਚੇ ਵਰਲਡ ਦੀਆਂ ਸਿੱਖ ਸੰਗਤਾਂ ਦਾ, ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਅਮਰ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ, ਪਰਮ ਪੂਜਨੀਕ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਔਰ ਅਖੀਰ ਦੇ ਵਿੱਚ ਇੱਕ ਵਾਰ ਫੇਰ ਸਮੁੱਚੇ ਸੰਸਾਰ ਦੇ ਦਮਦਮੀ ਟਕਸਾਲ ਨੂੰ ਪ੍ਰੇਮ ਕਰਨ ਵਾਲੇ, ਦਮਦਮੀ ਟਕਸਾਲ ਦੇ ਨਾਲ ਸਨੇਹ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ, ਵਿਦਵਾਨਾਂ ਨੂੰ, ਗੁਣੀ ਗਿਆਨੀਆਂ ਨੂੰ ਦਾਸ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਸੰਪਰਦਾਇ ਦਮਦਮੀ ਟਕਸਾਲ ਵੱਲੋਂ ਲੱਖ ਲੱਖ ਮੁਬਾਰਕਾਂ ਇਸ ਮਹਾਨ ਕਾਰਜ ਦੀਆਂ ਦਿੰਦਾ ਹੋਇਆ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਦੇ ਸਪੁੱਤਰ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਸਿੱਖ ਚੈਨਲ ਦੇ ਨਾਲ ਗੱਲਬਾਤ ਕਰਕੇ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਤੇ ਇਸ ਸਟੀਕ ਦੇ ਸਬੰਧ ਦੇ ਵਿੱਚ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਸਿੱਖ ਸੰਗਤਾਂ ਤੱਕ ਪਹੁੰਚਾਈ। ਸੋ ਇਹਨਾਂ ਦਾ ਸਿੱਖ ਚੈਨਲ ਦੀ ਟੀਮ ਦੇ ਵੱਲੋਂ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।